ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪੂਰਨ ਦੇਖਿਓ ਆਤਮਾ, ਦਵੈਤਹਿ ਸਰਬ ਨਿਵਾਰ। ਭਇਓ ਸ਼ਾਂਤ ਮਨ ਸੰਤ ਜਿਹੇ, ਤੇਹ ਪਗ ਨ ਮੋਹ ਮਾਰ। ਹਮ ਮੈਲੇ ਉਜਲ ਕਰ ਦੇਵੋ, ਹਮ ਮੈਲੇ ਉਜਲ ਕਰ ਦੇਵੋ। ਹਮ ਮੈਲੇ ਉਜਲ ਕਰ ਦੇਵੋ, ਹਮ ਮੈਲੇ ਉਜਲ ਕਰ ਦੇਵੋ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨਾ। ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ, ਸਾਜਨ ਵਾਜੇ ਜਿਉ ਪਿੰਡ ਦੇ ਪ੍ਰਾਨਾ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨ ਜਾਣੈ, ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਸੰਗ ਸੰਤਾਂ ਦਾ ਸੰਗਤ ਦੀ ਸੇਵਾ, ਇਹੋ ਮੰਗ ਮੰਗਾ ਮਾਲਕਾ। ਸੰਗ ਸੰਤਾਂ ਦਾ ਸੰਗਤ ਦੀ ਸੇਵਾ, ਇਹੋ ਮੰਗ ਮੰਗਾ ਮਾਲਕਾ। ਇਹੋ ਮੰਗ ਜੀ ਮੰਗਾ ਮਾਲਕਾ, ਇਹੋ ਮੰਗ ਜੀ ਮੰਗਾ ਮਾਲਕਾ। ਸੰਗ ਸੰਤਾਂ ਦਾ ਸੰਗਤ ਦੀ ਸੇਵਾ, ਇਹੋ ਮੰਗ ਮੰਗਾ ਮਾਲਕਾ। ਸੰਗ ਸੰਤਾਂ ਦਾ ਸੰਗਤ ਦੀ ਸੇਵਾ, ਇਹੋ ਮੰਗ ਮੰਗਾ ਮਾਲਕਾ। देहो प्रभु नाम को रंग, बीते बैस साध कह संग। ऐसी दीख्या जन से मंगा, तुमरो ध्यान तुम्हारो रंगा। तुमरी सेवा तुम्हारे अंगा। किरपा करो महाराज जी, आप जी दे प्यारिਆਂ ਦੀ संगत प्राप्त होवे। साध संगत ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ।
ਆਪਣੇ ਪੂਰਵਜਾਂ ਦੀਆਂ ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ ਦੀ ਰੌਸ਼ਨੀ ਜ਼ਿੰਦਗੀ ਹੀ ਪ੍ਰਾਪਤ ਹੁੰਦੀ ਹੈ, ਕਿਉਂਕਿ ਨਾਮ ਤੋਂ ਬਗੈਰ ਜੀਵਨ ਅਧੂਰਾ ਹੀ ਹੈ। ਨਾਮਹੀਨ ਅਸ ਸਵਾਸ ਸਹਿਤ ਹੈ, ਜਿਹ ਵਿਦ ਪਸਰਾ ਫੂਕ ਵਹਿਤ ਹੈ। ਉਹਨਾਂ ਤੋਂ ਸਾਨੂੰ ਜੀਵਨ ਦਾਨ ਪ੍ਰਾਪਤ ਹੁੰਦਾ। ਜੀ ਦਾਨ ਦੇ ਭਗਤੀ ਲਾਇਨ, ਸੋ ਜਿਨ੍ਹਾਂ ਤੋਂ ਜੀਵਨ ਦਾਨ ਪ੍ਰਾਪਤ ਹੋਵੇ ਉਹਨਾਂ ਦੇ ਯਾਦਾਂ ਮਨਾਉਣੀਆਂ ਲਾਇਕ ਸਪੁੱਤਰਾਂ ਦਾ ਹੀ ਕੰਮ ਹੋਇਆ ਕਰਦਾ। ਸਮਾਂ ਪ੍ਰਾਪਤ ਹੋਇਆ ਹੈ ਮਹਾਰਾਜ ਦੀ ਕਿਰਪਾ ਦੇ ਨਾਲ। ਆਓ ਗੁਰੂ ਚਰਨਾਂ 'ਚ ਪਹੁੰਚ ਕਰਕੇ ਹਾਜ਼ਰੀਆਂ ਲਵਾਈਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਵਸਦਾ ਸਾਰਿਆਂ ਵਿੱਚ ਹੈ, ਪਰ ਪ੍ਰਗਟ ਹੁੰਦਾ ਇਸੇ ਮਹਾਂਪੁਰਖਾਂ ਦੀਆਂ ਯਾਦਾਂ ਮਨਾ ਕਰਕੇ, ਯਾਦ ਕਰਕੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤੈਸੇ ਘੱਟ ਘੱਟ ਵਿਖੇ ਪੂਰਨ ਬ੍ਰਹਮ ਜੋਤ, ਜਾਨੀਆਂ ਪ੍ਰਤੱਖ ਮਹਾਂਪੁਰਖ ਮਲਾਇਕ ਹੈ। ਮਹਾਂਪੁਰਖਾਂ ਨੂੰ ਮਨਾ ਕੇ, ਉਹਨਾਂ ਦੀਆਂ ਯਾਦਾਂ ਮਨਾ ਕੇ ਜਾਂ ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਕਮਾਈਆਂ ਕਰਵਾਉਂਦੇ ਨੇ। ਉਹ ਕਮਾਈਆਂ ਕਰਕੇ ਨਾਮ ਦੀਆਂ, ਸੇਵਾ ਦੀਆਂ, ਫਿਰ ਉਹ ਵਾਹਿਗੁਰੂ ਆਈ ਪ੍ਰਗਟ ਹੋ ਜਾਂਦਾ ਜਿਵੇਂ ਹੱਥ ਦੇ ਪਰੌਲਾ ਪਿਆ ਹੁੰਦਾ ਹੈ। ਨਹੀਂ ਤੇ ਭਾਈ ਸਾਹਿਬ ਜੀ ਦੀ ਫਰਮਾਨ ਹੈ, ਕੱਪੜੇ ਨੂੰ ਧੋਈਏ ਨਾ ਜੇ ਆਪਾਂ, ਬੜਾ ਮੈਲਾ ਜਿਹਾ ਹੋ ਜਾਂਦਾ, ਬਦਬੂ ਆਉਣ ਲੱਗ ਜਾਂਦੀ ਹੈ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨਾਂ ਤੇਲ ਮੇਲੇ ਜੈਸੇ ਕੇਸੂ ਭਿਆਨ ਹੈ। ਵਾਲਾਂ ਨੂੰ, ਦਾੜੇ ਨੂੰ, ਸਿਰ ਦੇ ਵਾਲਾਂ ਨੂੰ ਤੇਲ ਨਾ ਲਾਈਏ ਤਾਂ ਉਹ ਭਿਆਨਕ ਜਿਹੇ ਬਣ ਜਾਂਦੇ ਨੇ, ਡਰਾਉਣੇ ਜਿਹੇ ਬਣ ਜਾਂਦੇ ਨੇ, ਜਟਾਂ ਦੀਆਂ ਬਣ ਜਾਂਦੀਆਂ ਨੇ, ਉਲਝ ਜਾਂਦੇ ਨੇ। ਦੇਖਣ ਵਾਲਾ ਵੀ ਡਰਦਾ ਹੈ। ਆਪ ਵੀ ਸ਼ੀਸ਼ੇ 'ਚ ਮੂੰਹ ਦੇਖਾਂਗੇ, ਆਪ ਨੂੰ ਵੀ ਡਰ ਜਿਹੀ ਲੱਗੂ ਵੀ ਕੀ ਬਣ ਗਿਆ, ਭੂਤ ਬਣ ਗਿਆ ਤੂੰ ਤਾਂ। ਬਿਨਾਂ ਤੇਲ ਮੇਲੇ ਜੈਸੇ ਕੇਸੂ ਭਿਆਨ ਹੈ, ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, ਵਰਖਾ ਵਿਹੂਨ ਜੈਸੇ ਖੇਤ ਮੈਂ ਨਾ ਧਾਨ ਹੈ। ਸ਼ੀਸ਼ਾ ਤੇ ਬਹੁਤ ਵਧੀਆ ਲੈ ਆਈਏ, ਵਧੀਆ ਤੋਂ ਵਧੀਆ ਲੈ ਕੇ ਆਈਏ, ਪਰ ਉਹਦੇ ਉੱਪਰ ਗਰਦਾ ਮਿੱਟੀ ਲੱਗੀ ਹੋਵੇ, ਉਹਨੂੰ ਸਾਫ਼ ਨਾ ਕਰੀਏ, ਫਿਰ ਮੂੰਹ ਵੀ ਡਰਾਉਣਾ ਜਿਹਾ ਹੀ ਦਿਸੂਗਾ, ਉਹਦੇ ਵਿੱਚ ਝੁਰੜੀਆਂ ਜਿਹੀਆਂ ਪਈਆਂ ਦਿਸਣਗੀਆਂ, ਭੈੜਾ ਜਿਹਾ ਲੱਗੂਗਾ। ਮੂੰਹ ਤਾਂ ਸੋਹਣਾ ਹੀ ਹੋਊਗਾ, ਪਰ ਸ਼ੀਸ਼ਾ ਸਾਫ਼ ਨਹੀਂ ਹੈ। ਅਤੇ ਜਿੰਨੇ ਮਰਜ਼ੀ ਆਪਾਂ ਟਿਊਬਵੈੱਲ ਚਲਾ ਲਈਏ, ਮੋਟਰਾਂ ਚਲਾ ਲਈਏ, ਜੇ ਬਾਰਿਸ਼ ਨਾ ਪਵੇ ਧਾਨਾਂ ਦੀ ਖੇਤੀ ਫਲੀਭੂਤ ਨਹੀਂ ਹੋਇਆ ਕਰਦੀ। 4 ਉਦਾਹਰਨਾਂ, 5ਵੀਂ ਉਦਾਹਰਣ ਦਿੱਤੀ ਹੈ, ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ। ਘਰ ਤਾਂ ਬਹੁਤ ਸੋਹਣਾ ਬਣਾ ਲਈਏ, ਜਿਹਨੂੰ ਕਿਹਾ ਹੈ ਮੋਤੀ ਵਗੈਰਾ ਜੜੇ ਹੋਣ, ਸਾਗਵਾਨ ਦੇ ਗੇਟ ਲੱਗੇ ਹੋਣ, ਅੰਦਰ ਸੋਹਣੇ ਸੋਫੇ ਪਲੰਘ ਡਾਹੇ ਹੋਣ, ਝਾੜ ਫਾਨੂਸ, ਔਰ ਉਹਦੇ ਵਿੱਚ ਲਾਈਟ ਨਾ ਹੋਵੇ, ਉਹ ਡਰਾਉਣਾ ਲੱਗੂਗਾ, ਸੱਟ ਲੱਗੂਗੀ, ਸਾਸਨ ਗਿਰਾਂਗੇ, ਪੈਰਾਂ ਠੇਡੇ ਖਾ ਖਾ ਕੇ ਗਿਰਾਂਗੇ। ਪਰ ਉਹਦੇ ਵਿੱਚ 2 ਆਨੇ ਦੀ ਮੋਮਬੱਤੀ ਲਾ ਦਈਏ, ਉੱਥੇ ਹੀ ਰੋਸ਼ਨੀ ਹੋ ਜਾਵੇਗੀ। ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੂਣ ਘਿਰਦ ਬਿਨਾ ਜੈਸੇ ਭੋਜਨ ਮਸਾਨ ਹੈ। ਲੂਣ ਤੋਂ, ਘਿਓ ਤੋਂ ਬਗੈਰ ਭੋਜਨ ਜਿਹੜਾ ਹੈ ਉਹ ਸਾਸਨ ਜ਼ਹਿਰ ਦੇ ਸਮਾਨ ਹੋ ਜਾਇਆ ਕਰਦਾ ਹੈ। 6 ਉਦਾਹਰਣਾਂ ਦਿੱਤੀਆਂ ਨੇ। ਜੋੜਨਾ ਸਾਨੂੰ ਸਤਸੰਗ ਦੇ ਨਾਲ, ਸਤਸੰਗ ਤੋਂ ਬਗੈਰ ਜੀਵਨ ਅਧੂਰਾ। ਭਾਈ ਸਾਹਿਬ ਜੀ ਕਹਿੰਦੇ ਨੇ, ਤੈਸੇ ਬਿਨ ਸਾਧ ਸੰਗ ਜਨਮ ਮਰਨ ਦੁੱਖ, ਮਿਟਤ ਨਾ ਭੈ ਪ੍ਰਮ ਬਿਨ ਗੁਰ ਗਿਆਨ ਹੈ। ਐਸੇ ਤਰ੍ਹਾਂ ਬਿਨ ਸਾਧੂ ਦੀ ਸੰਗਤ ਤੋਂ, ਪੂਰਨ ਸਾਧੂ ਮਿਲੇ ਆਪਾਂ ਨੂੰ, ਜਿਹੜੇ ਨਾਮ ਜਪ ਜਪ ਕੇ ਰੱਬ ਦਾ ਰੂਪ, ਸਾਧ ਸੰਗਤ ਹੈ ਹੀ ਆਈ ਸੰਸਾਰ 'ਤੇ, ਰੱਬ ਹੀ ਸੀ ਉਹਨਾਂ ਦੇ ਰੂਪ ਵਿੱਚ ਆਇਆ। ਉਹ ਪੂਰਨ ਸਾਧੂ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੋਈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਬਿਨ ਸਾਧ ਸੰਗ, ਜਿਸ ਤਰ੍ਹਾਂ ਪਿੱਛੇ ਦੱਸਿਆ ਸੀ ਵੀ ਬਾਰਿਸ਼ ਤੋਂ ਬਗੈਰ ਖੇਤੀ ਬੇਕਾਰ ਹੈ, ਦੀਵੇ ਤੋਂ ਬਗੈਰ ਘਰ ਡਰਾਉਣਾ ਲੱਗਦਾ ਹੈ, ਔਰ ਕੱਪੜੇ ਨੂੰ ਨਾ ਧੋਈਏ, ਸਾਬਣ ਨਾ ਲਾਈਏ, ਮੈਲੇ ਹੋ ਜਾਂਦੇ ਨੇ, ਬਦਬੂ ਆਉਂਦੀ ਹੈ। ਸ਼ੀਸ਼ੇ ਨੂੰ ਸਾਫ਼ ਨਾ ਕਰੀਏ, ਸਾਫ਼ ਮੁੱਖ ਨਹੀਂ ਦਿਸੇਗਾ। ਬਾਰਿਸ਼ ਤੋਂ ਬਗੈਰ ਧਾਨਾਂ ਦੀ ਖੇਤੀ ਪੂਰੀ ਫਲੀਭੂਤ ਨਹੀਂ। ਐਸੇ ਤਰ੍ਹਾਂ ਸਾਧੂ ਤੋਂ ਬਗੈਰ, ਗੁਰੂ ਤੋਂ ਬਗੈਰ, ਤੈਸੇ ਬਿਨ ਸਾਧ ਸੰਗ ਜਨਮ ਮਰਨ ਦੁੱਖ, ਮਿਟਤ ਨਾ ਭੈ ਭਰਮ ਬਿਨ ਗੁਰ ਗਿਆਨ ਹੈ। ਮਹਾਂਪੁਰਖਾਂ ਨੇ ਸਾਨੂੰ ਗੁਰੂ ਦੇ ਨਾਲ ਮਿਲਾਉਣਾ। ਗੁਰੂ ਮਹਾਰਾਜ ਨੇ ਸਾਨੂੰ ਗਿਆਨ ਦੀਆਂ ਸਲਾਈਆਂ ਸਾਡੇ ਅੱਖਾਂ 'ਚ ਪਾਉਣੀਆਂ ਨੇ। ਵੀ ਕਾਹਦੇ ਵਾਸਤੇ? ਮਨੁੱਖਾ ਸਰੀਰ ਮਿਲਿਆ ਖਾਣ ਪੀਣ ਵਾਸਤੇ। ਇਹ ਤਾਂ ਬਾਕੀ ਦੀਆਂ ਜੂਨਾਂ ਵਿੱਚ ਵੀ ਬਹੁਤ ਖਾਣ ਨੂੰ ਵਧੀਆ ਮਿਲ ਜਾਂਦਾ। ਕੁੱਤਿਆਂ ਦੀ ਕਿੰਨੀ ਸੇਵਾ ਹੁੰਦੀ ਹੈ, ਕੁੱਕਰ ਸੂਕਰ ਆਦਿ ਪਸ ਜੇਉ। ਐਸਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਕੁੱਤੇ ਸੂਰ ਜਿਹੜੇ ਨੇ, ਪਸ਼ੂ ਨੇ, ਕਰਮਾਂ ਧੀਨ ਪਾਏ ਸਭ ਧੇਉ। ਕਰਮਾਂ ਅਨੁਸਾਰ ਉਹਨਾਂ ਨੂੰ ਵੀ ਸੁੱਖ ਮਿਲ ਜਾਂਦਾ ਜੇ ਖਾਣ ਪੀਣ 'ਤੇ ਹੰਡਾਉਣ 'ਤੇ ਹੀ ਰਿਹਾ।
ਤੇ ਫਿਰ ਤਾਂ ਤੇਰਾ ਤੇ ਉਹਨਾਂ ਦਾ ਕੋਈ ਫਰਕ ਨਾ। ਆਓ ਇਸ ਸੰਗਤ ਵਿੱਚੋਂ ਆ ਕੇ ਸੋਝੀ ਪ੍ਰਾਪਤ ਹੋਣੀ ਹੈ। ਇਸ ਕਰਕੇ ਭਾਗਾਂ ਵਾਲਿਆਂ ਨੂੰ ਸਤਸੰਗ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮੈਂ ਇੰਨੀ ਕੁ ਹੀ ਹਾਜ਼ਰੀ ਭਰਦਾ ਹੋਇਆ ਧਾਰਨਾ ਪੜ੍ਹੋ ਗੱਜ ਕੇ। ਤੇ ਇਹ ਪੂਰਨਮਾਸੀ ਦਾ ਦਿਹਾੜਾ ਹੈ। ਪਰ ਵੈਸੇ ਮੇਰਾ ਜੀ ਨਹੀਂ ਸੀ ਕਰਦਾ, ਕਿਉਂਕਿ ਰਾੜਾ ਸਾਹਿਬ ਦੇ ਪ੍ਰੋਗਰਾਮ ਨੇ, ਇਹਨਾਂ ਨੂੰ ਅਸੀਂ ਮਿਸ ਕਰ ਦਈਏ, ਕਿਉਂ ਇੱਥੋਂ ਹੀ ਸਾਰਾ ਕੁਝ ਪ੍ਰਾਪਤ ਹੋਇਆ। ਪਰ ਉਹ ਟਾਈਮ ਅੱਗੋਂ ਦਿੱਤਾ ਹੋਇਆ ਸੀ, ਦੀਵਾਨ 'ਤੇ ਜਾਣਾ ਹੈ। ਬਹੁਤ ਸਾਰੇ ਮਹਾਂਪੁਰਖ ਪਹੁੰਚ ਰਹੇ ਨੇ। ਆਓ ਗੁਰੂ ਕੇ ਦਰਬਾਰ ਵਿੱਚ ਪਹੁੰਚ ਕਰਕੇ ਲਾਹਾ ਪ੍ਰਾਪਤ ਕਰੀਏ। ਮੰਗ ਮੰਗੀਏ ਮਹਾਰਾਜ ਜੀ ਕਿਰਪਾ ਕਰੋ, ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਬਿਹਾਵੇ। ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਵੀ ਤੇਰੇ ਸਾਧੂਆਂ ਦੇ ਨਾਲ ਲੰਘ ਜਾਵੇ ਮਹਾਰਾਜ, ਨਿਭ ਜਾਵੇ। ਤੇਰੇ ਸਾਧੂਆਂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਨਿਭ ਜਾਵੇ। ਐਂ ਪੜ੍ਹੋ, ਇੱਕ ਵਾਰੀ ਕਰੋ ਬੇਨਤੀ। ਆਉਣ ਵਾਲਾ ਸਮਾਂ ਪਿਆਰ ਨਾਲ ਐਵੇਂ ਜਿਵੇਂ ਗੁਰੂ ਕੇ ਦਰਬਾਰ ਵਿੱਚ ਪਹੁੰਚੋ। ਅਤੇ ਬਾਕੀ ਖਾਣ ਪੀਣ ਨੂੰ ਉਹ ਅੱਗੋਂ ਪਿੱਛੋਂ ਵੀ ਆਪਾਂ ਸਾਰਾ ਪ੍ਰਾਪਤ ਹੋ ਸਕਦਾ। ਪਰ ਇਹ ਨਹੀਂ ਨਾ ਸਮਾਂ, ਫਿਰ ਕੀ ਪਤਾ ਅਗਲਾ ਸਾਲ ਆਵੇ ਕਿ ਨਾ ਆਵੇ, ਕੀ ਪਤਾ ਕਿਹਦੇ ਗਲ 'ਚ ਹਾਰ ਪੈ ਜਾਣੇ ਨੇ। ਦੁਨੀਆ ਤੁਰੀ ਜਾ ਰਹੀ ਹੈ ਸਾਧ ਸੰਗਤ, ਇਸ ਕਰਕੇ ਲਾਹਾ ਪ੍ਰਾਪਤ ਕਰੀਏ। ਮੇਰੀ ਸਾਧੂਆਂ ਦੇ ਨਾਲ ਬਿਹਾਵੇ, ਹੋਵੇ ਜੇ ਦਿਆਲ ਮਾਲਕਾ। ਮੇਰੀ ਸਾਧੂਆਂ ਦੇ ਨਾਲ ਬਿਹਾਵੇ, ਹੋਵੇ ਜੇ ਦਿਆਲ ਮਾਲਕਾ। ਮੇਰੇ ਪਿਆਰੇ ਹੋਵੇ ਜੇ ਦਿਆਲ ਮਾਲਕਾ। ਮੇਰੇ ਪਿਆਰੇ ਹੋਵੇ ਜੇ ਦਿਆਲ ਮਾਲਕਾ। ਮੇਰੀ ਸਾਧੂਆਂ ਦੇ ਨਾਲ ਬਿਹਾਵੇ, ਹੋਵੇ ਜੇ ਦਿਆਲ ਮਾਲਕਾ। ਮੇਰੀ ਸਾਧੂਆਂ ਦੇ ਨਾਲ ਬਿਹਾਵੇ, ਹੋਵੇ ਜੇ ਦਿਆਲ ਮਾਲਕਾ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਬਿਆਨ। ਤੁਧੋਂ ਭੁਲੇਸੇ ਜਮ ਜਮ ਮਰਦ ਤਿਨ ਕਦੇ ਨ ਚੁੱਕਣਾ ਆਵੇ। ਆਓ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰੀਏ। ਮਹਾਂਪੁਰਖ ਭਾਵੇਂ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਬਚਨ ਤਾਂ ਆਪਣੇ ਕੋਲ ਹੀ ਨੇ ਨਾ। ਉਹਨਾਂ ਦੇ ਬਚਨਾਂ 'ਤੇ ਪਹਿਰਾ ਦਈਏ, ਬਸ ਇਹੀ ਲੰਘਣੀ ਆ ਉਹਨਾਂ ਦੇ ਨਾਲ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ ਹੈ। ਉਹ ਬਚਨ ਕੀ ਹੈ? 100 ਗਜ ਰੱਸਾ ਸਿਰੇ ਤੇ ਗੰਢ, 100 ਸਿਆਣੇ ਇੱਕੋ ਗੱਲ। ਸਿਆਣਾ ਤੋਂ ਸਿਆਣੇ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਇੱਕੋ ਓਂਕਾਰ ਤੋਂ 18 10 20 ਤੱਕ ਇੱਕੋ ਹੀ ਉਪਦੇਸ਼ ਦੇ ਨੇ ਵੀ ਨਾਮ ਜਪੋ। ਨਾਮ ਜਪਣ ਵਾਸਤੇ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਨਾਮ ਜਪਣ ਨੂੰ ਆਇਆ ਜੱਗ ਵਿੱਚ, ਨਾਮ ਨਾ ਜਪਿਆ ਮੂੜੇ। ਖਾਲੀ ਉੱਠ ਸੌਦਾਗਰ ਤੁਰ ਗਏ, ਹਰ ਕੇ ਸੌਦੇ ਕੂੜੇ। ਭਜਨ ਦਾਸ ਉੱਠ ਨਾਮ ਜਪ, ਆਲਸ ਨੀਂਦ ਬਸਾਰ। ਰਥ ਬੇਗਾਨਾ ਕਾਰਜ ਆਪਣਾ, ਸੀਗਰ ਲੇਹੋ ਸਵਾਰ।
ਬਗਾਨਾ ਰਤ ਮਿਲਿਆ ਸਰੀਰ, ਇਹ ਤੋਂ ਵਾਹ ਲਓ ਇਹਨੂੰ, ਜਿੰਨਾ ਮਰਜ਼ੀ ਕੰਮ ਲੈ ਲਓ। ਇਹ ਵਿਚਾਰ ਗੁਰੂ ਤੋਂ ਪ੍ਰਾਪਤ ਹੋਣੀ ਹੈ, ਮਹਾਂਪੁਰਖਾਂ ਤੋਂ ਵੀ ਕੀ ਕੰਮ ਲੈਣਾ ਹੈ, ਗਿਆਨ ਪ੍ਰਾਪਤ ਹੋਣਾ ਹੈ। ਬਾਕੀ ਕੰਮਕਾਰ ਚਲੋ ਕਰਨੇ ਜ਼ਰੂਰੀ ਨੇ, ਗ੍ਰਸਤੀ ਵਾਸਤੇ ਤਾਂ ਬੜਾ ਹੀ ਸੌਖਾ ਹੈ। ਸਾਰਾ ਦਿਨ ਕੰਮਕਾਰ ਕਰ ਰਿਹਾ ਹੈ, ਸਾਰੀ ਦੁਨੀਆ ਦੇ ਸਿਰ 'ਤੇ ਖਾ ਰਹੀ ਹੈ ਸਾਥ। ਅੱਜ ਭਾਵੇਂ ਜ਼ਿਮੀਂਦਾਰ ਦਾ ਗਲ ਘੁੱਟਿਆ ਜਾ ਰਿਹਾ, ਪਰ ਜ਼ਿਮੀਂਦਾਰ ਦੇ ਆਸਰੇ ਹੀ ਹੈ ਸਾਰਾ ਕੁਝ। ਜਿਹੋ ਜਿਹੀ ਮਰਜ਼ੀ ਰੁੱਖੀ ਮਿੱਸੀ ਖਾ ਲਈ, ਪਰ ਸਾਰਾ ਦਿਨ ਕਮਾਈਆਂ ਕਰਦਾ। ਸੋ ਮਹਾਂਪੁਰਖ ਕਹਿੰਦੇ ਹੁੰਦੇ ਸੀ ਇਹਦੇ ਵਾਸਤੇ ਤਾਂ ਥੋੜ੍ਹੀ ਕਮਾਈ, ਥੋੜ੍ਹਾ ਨਾਮ ਜਪਿਆ ਗ੍ਰਸਤੀ ਵਾਸਤੇ ਬਹੁਤਾ ਫਲੀ ਭੂਤ ਹੁੰਦਾ, ਪਰ ਜਪਣਾ ਜ਼ਰੂਰ ਪੈਣਾ, ਜਪੇ ਤੋਂ ਬਗੈਰ ਨਹੀਂ। ਬੀਬੀਆਂ ਚਾਟੀ ਦੁੱਧ ਦੀਆਂ ਭਰ ਦਿੰਦੀਆਂ ਨੇ, ਜਾਗ ਨਾ ਲਾਓ ਫਿਰ ਤੁਸੀਂ ਰਿੜਕੋ ਭਲਾ ਬਈ ਨਿਕਲੂ ਕੁਛ। ਥੋੜ੍ਹਾ ਜਿਹਾ ਜਾਗ ਲਾ ਦਿੱਤਾ, ਉਹਦੇ ਵਿੱਚੋਂ ਫਿਰ ਮੱਖਣ ਕੱਢਾਂਗੇ, ਫਿਰ ਘਿਓ ਬਣੂਗਾ, ਫਿਰ ਦੇਗ ਬਣੂਗੀ, ਗੁਰੂ ਮਹਾਰਾਜ ਕੋਲ ਆਊ, ਅਰਦਾਸ ਹੋਊਗੀ, ਫਿਰ ਸਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਮਠਿਆਈਆਂ ਬਣਨਗੀਆਂ। ਪਰ ਕਦੋਂ? ਜਦੋਂ ਥੋੜ੍ਹਾ ਜਿਹਾ ਜਾਗ ਲੱਗੂਗਾ। ਇਸ ਕਰਕੇ ਜਾਗ ਲਾਉਣਾ ਜ਼ਰੂਰੀ ਭਾਈ, ਨਾਮ ਜਪਣਾ ਜ਼ਰੂਰੀ ਹੈ, ਮਨੁੱਖਾ ਜਨ ਜਪਿਆ ਜਾਣਾ ਹੈ। ਦਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸੰਤ ਬਾਬਾ ਰਣਜੀਤ ਸਿੰਘ ਜੀ ਢਿੰਗੀ ਵਾਲੇ, ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਪਵਿੱਤਰ ਬਚਨਾਂ ਦੇ ਨਾਲ ਨਿਹਾਲ ਕੀਤਾ। ਬਾਬਾ ਜੀ ਨੂੰ ਬੇਨਤੀ ਹੈ ਕਿ ਗੁਰੂ ਘਰੋਂ ਵੱਲੋਂ ਸਰੋਪੇ ਦੀ ਬਖਸ਼ਿਸ਼ ਉਹ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ। ਅੱਗੇ ਬੇਨਤੀ ਹੈ ਜੀ, ਬਾਬਾ ਰਣਜੋਤ ਸਿੰਘ ਜੀ ਉਹ 10 ਮਿੰਟਾਂ ਦੇ ਲਈ ਸਿੱਖ ਸੰਗਤਾਂ ਨੂੰ ਪਵਿੱਤਰ ਬਚਨ ਸੁਣਾ ਕੇ ਨਿਹਾਲ ਕਰਨਗੇ। ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਮਹਿਮਾ ਸਾਧੂਆਂ ਦੇ ਸੰਗ ਜੀ, ਸਾਧੂਆਂ ਦੇ ਸੰਗ ਜੀ, ਸਾਧੂਆਂ ਦੇ ਸੰਗ ਦੀ। ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਵਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਪਰਮ ਸਤਿਕਾਰਯੋਗ ਸਾਧ ਸੰਗ ਜੀ, ਸਰਬਤ ਆਪਾਂ ਮਾਈ ਭਾਈ ਸਾਰੇ ਹੀ ਅੱਜ ਉਹਨਾਂ ਮਹਾਂਪੁਰਖਾਂ ਦੀ ਮਿੱਠੀ ਨਿੱਘੀ ਯਾਦ ਨੂੰ ਮਨਾਉਂਦੇ ਹੋਏ, ਯਾਦ ਤਾਜ਼ਾ ਕਰਦੇ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਘਰ ਦੀ ਬੜੀ ਅਣਥੱਕ ਸੇਵਾ ਕੀਤੀ। ਸੇਵਾ ਦੇ ਨਾਲ ਨਾਲ ਜੋ ਸੰਤ ਜੀ ਮਹਾਰਾਜ ਵਚਨ ਕਰਦੇ ਨੇ, ਪੜ੍ਹਦੇ ਨੇ, ਧਾਰਨ ਆਪਾਂ ਸਾਰੇ ਸੁਣਦੇ ਹੁੰਦੇ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਂਦਾ। ਨਾਮ ਦੇ ਰਸੀਏ ਮਹਾਂਪੁਰਖ ਸੰਤ ਬਾਬਾ ਬਲਵੀਰ ਸਿੰਘ ਜੀ, ਸੰਤ ਬਾਬਾ ਭਜਨ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਕੌਣ ਭੁੱਲਿਆ ਹੋਇਆ।
ਅੱਠੇ ਪਹਿਰ ਜੋ ਆਪਾਂ ਅੱਖੀਂ ਦੇਖਦੇ ਰਹੇ ਹਾਂ, ਕਿਤੇ ਵੀ ਜਾਣ ਦਾ ਕੋਈ ਫੁਰਨਾ ਨਹੀਂ ਸੀ ਕਰਦੇ ਹੁੰਦੇ, ਕਿਤੇ ਵੀ। ਇੱਕ ਵਾਰ ਉਹਨਾਂ ਦੇ ਜੋ ਕਮਰੇ ਸੀ ਉੱਪਰ ਬਰਾਂਡੇ ਦੇ ਵਿੱਚ, ਬਲਕਿ ਮੱਝਾਂ ਵਾਲੇ ਰੰਗ ਕਰਨ ਲੱਗ ਗਏ। ਰੰਗ ਅਸੀਂ ਆਪੇ ਕਲੀ ਲਿਆਂਦੀ ਦਰਾਹੇ ਤੋਂ, ਪਹਿਲਾਂ ਦੀ ਗੱਲ ਹੈ। ਬਾਬਾ ਮਨਜੀਤ ਸਿੰਘ ਜੀ ਨਾਲ ਹੀ ਸੀ, ਜਿਨ੍ਹਾਂ ਨੂੰ ਆਪਾਂ ਅਬੂਵਾਲ ਕਹਿੰਦੇ ਹਾਂ। ਰੰਗ ਕਰਨ ਲੱਗ ਗਏ ਕਲੀ, ਤੇ ਬਾਬਾ ਭਜਨ ਸਿੰਘ ਜੀ ਪਹਿਲਾਂ ਤਾਂ ਰੋਕਦੇ, ਕਹਿੰਦੇ ਕੀ ਲੋੜ ਆ, ਠੀਕ ਹੈ, ਬਥੇਰੀ ਸਾਫ਼ ਹੈ, ਵੀ ਠੀਕ ਹੀ ਹੈ, ਕੋਈ ਲੋੜ ਤਾਂ ਹੈ ਨਹੀਂ। ਚਲੋ ਲੱਗੇ। ਉਹਨਾਂ ਨੇ ਬਰਾਂਡੇ ਦੇ ਵਿੱਚ ਹੀ ਜੋ ਪਾਠ ਕਰਦੇ ਹੁੰਦੇ ਸਨ, ਅੰਦਰ ਕਮਰੇ ਦੇ ਵਿੱਚ ਬਰਾਂਡੇ ਦੇ ਵਿੱਚ ਹੀ ਮਹਾਰਾਜ ਦਾ ਜੋ ਭਾਗ ਸੀ ਉਹ ਰੱਖ ਲਿਆ, ਤੇ ਉੱਥੇ ਹੀ ਬੈਠੇ ਪਾਠ ਕਰੀ ਜਾਂਦੇ ਨੇ। ਤਕਰੀਬਨ 5 ਘੰਟੇ ਮੈਂ ਅੱਖੀਂ ਦੇਖਿਆ ਕਿ 5 ਘੰਟੇ ਬੈਠੇ ਰਹੇ, ਪਾਠ ਕਰੀ ਗਏ ਚੌਂਕੜਾ ਮਾਰ ਕੇ। ਤਕਰੀਬਨ ਇਹ ਯਾਦ ਹੀ ਹੈ, 5 ਘੰਟੇ ਬੈਠੇ ਪਾਠ ਕਰੀ ਗਏ। ਤੇ ਉੱਠ ਕੇ ਥੋੜ੍ਹਾ ਬਹੁਤਾ ਬਰਾਂਡੇ ਦੇ ਵਿੱਚ ਘੁੰਮੇ, ਤੇ ਫੇਰ ਚਾਹ ਪੀ ਕੇ ਫੇਰ ਬੈਠ ਗਏ। ਇਹ ਨਹੀਂ ਕਿ ਚਾਹ ਵੀ ਕੈਸੀ ਹਲਕੀ ਜੀ ਪਾਣੀ ਵਾਲੀ ਚਾਹ ਪੀਣੀ, ਫੇਰ ਬੈਠ ਗਏ। ਅਸੀਂ ਆਪਣਾ ਜਿਵੇਂ ਉਹ ਥੋੜ੍ਹਾ ਬਹੁਤਾ ਕਲੀ ਕਰੀ ਗਏ, ਰੰਗ ਕਰੀ ਗਏ। ਬਾਅਦ ਦੇ ਵਿੱਚ ਮੈਨੂੰ ਬੜੇ ਔਖੇ ਹੋਏ, ਕਹਿੰਦੇ ਨਾਲ ਆਹ ਲਾ ਲਿਆ, ਕਹਿੰਦੇ ਇਹਨੇ ਬਾਬਾ ਮਨਜੀਤ ਸਿੰਘ ਵੱਲ ਇਸ਼ਾਰਾ ਕੀਤਾ, ਕਹਿੰਦੇ ਅੱਜ ਮੈਨੂੰ ਪਾਠ ਹੀ ਨਹੀਂ ਕਰਨ ਦਿੱਤਾ। ਮੈਂ ਕਿਹਾ ਬਾਬਾ ਜੀ, ਆਪਾਂ ਬਾਬਾ ਜੀ ਕਹਿੰਦੇ ਸੀ ਸਵੇਰ ਦੇ ਤਾਂ ਬੈਠੇ ਹੋ, ਕਹਿੰਦੇ ਇਹ ਨਹੀਂ ਗੱਲਾਂ ਹੈ। ਕਹਿਣ ਤੋਂ ਭਾਵ ਦੇਖੋ, ਉਹ ਇੰਨਾ ਨਾਮ ਜਪਿਆ ਉਹਨਾਂ ਮਹਾਂਪੁਰਖਾਂ ਨੇ, ਉਹਨਾਂ ਦੀ ਜ਼ੁਬਾਨ 'ਤੇ ਐਸੀ ਬਰਕਤ ਸੀ। ਭਾਈ ਗੁਰਮੀਤ ਸਿੰਘ ਜੀ ਬਗਲੀ ਵਾਲੇ ਆਪਾਂ ਕਹਿੰਦੇ ਹਾਂ ਉਹਨਾਂ ਨੂੰ, ਸਾਨੇਵਾਲ ਵਾਲੇ। ਸਾਨੇਵਾਲ ਹੁਣ ਉਹਨਾਂ ਨੇ ਕੋਠੀ ਪਾਈ ਹੈ, ਪੁਲਿਸ ਦੇ ਵਿੱਚ ਭਰਤੀ ਹੋਏ ਨੇ ਉਹ ਬਾਅਦ ਦੇ ਵਿੱਚ। ਪਹਿਲਾਂ 90 ਦੀ 99 ਦੀ ਗੱਲ ਹੋਣੀ ਆ, 88 99 ਦੀ। ਆਉਂਦੇ ਹੁੰਦੇ ਇੱਥੇ ਬਾਬਾ ਜੀ ਕੋਲੇ, ਮੱਝਾਂ ਵਾਲੇ ਸੇਵਾ ਕਰਦੇ। ਹੁਣ ਪੜ੍ਹ ਲਿਖ ਕੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੈਂ ਕਿਹੜੀ ਨੌਕਰੀ ਕਰਨੀ ਹੈ। ਇਤਫਾਕ ਨਾਲ ਕਿਸੇ ਨੂੰ ਪਹਿਲਾਂ ਮਨ ਦੇ ਵਿੱਚ ਕੋਈ ਹੋਵੇ, ਕਿਸੇ ਨੇ ਕੋਰਸ ਕੀਤਾ ਹੋਵੇ, ਉਹ ਵੱਖ ਗੱਲ ਹੈ। ਕੋਈ ਉਹ ਪਹਿਲਾਂ ਪਤਾ ਲੱਗ ਜਾਂਦਾ ਕਿ ਮੈਨੂੰ ਆਹ ਨੌਕਰੀ ਮਿਲ ਸਕਦੀ ਹੈ, ਉਹ ਵੀ ਮਿਲ ਸਕਦੀ ਹੈ, ਮਿਲਦੀ ਨਹੀਂ। ਪੁੱਛਣ ਲੱਗੇ ਕਿ ਉਹ ਬਗਲੀ ਵਾਲਿਆ ਤੂੰ ਕਹਿੰਦਾ ਕਿੰਨੀਆਂ ਪੜ੍ਹ ਗਿਆ? ਕਹਿੰਦੀ ਮੈਂ ਕਾਫੀ ਪੜ੍ਹ ਗਿਆ। ਦੱਸਿਆ ਵੀ ਮੈਂ ਇੰਨੀ ਪੜ੍ਹਾਈ ਕੀਤੀ ਹੈ। ਕਹਿੰਦੇ ਚੱਲ ਫਿਰ ਇਹ ਤੈਨੂੰ ਉਹ ਸਲੂਟ ਮਾਰਨੇ ਵਾਲੀ ਨੌਕਰੀ ਮਿਲ ਜੂਗੀ, ਸਲੂਟ ਮਿਲ ਜੂਗੀ। ਕਹਿੰਦੇ ਉਹ ਮਿਲ ਜੂ, ਭਾਵ ਕਿ ਪੁਲਿਸ ਦੇ ਵਿੱਚ। ਹੁਣ ਉਹ ਪੁਲਿਸ ਦੇ ਵਿੱਚ ਹੀ ਨੇ। ਹੁਣ ਪਹਿਲਾਂ ਕਿਸੇ ਨੂੰ ਕੀ ਪਤਾ। ਸੋ ਆਓ, ਇਸੇ ਤਰ੍ਹਾਂ ਬਹੁਤ ਸਾਰੇ ਐਸੇ ਬਾਬਾ ਜੀ ਦੇ ਜੋ ਅੱਖੀਂ ਦੇਖਦੇ ਰਹੇ ਹਾਂ, ਤੇ ਉਹਨਾਂ ਨੂੰ ਯਾਦ ਕਰਕੇ ਅੱਜ ਸਾਰੀ ਸੰਗਤ ਯਾਦ ਕਰਨ ਦੇ ਵਾਸਤੇ ਇੱਥੇ ਪਹੁੰਚਦੇ ਹਾਂ। ਉਹਨਾਂ ਨੇ ਆਪਣੇ ਪਰਿਵਾਰ ਵੱਲ ਨਹੀਂ ਦੇਖਿਆ। ਉਹਨਾਂ ਨੂੰ ਵੀ ਐਸਾ ਭਾਈ ਮਨਜੀਤ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਭਰਾ ਸਨ ਸਕੇ। ਕੈਸੀ ਸੇਵਾ ਲਾਈ। ਆ ਲੱਡੂ ਵਰਤਾਉਣੇ ਸਾਰੇ ਉਹਨਾਂ ਨੂੰ ਕਹਿਣਾ ਭਾਈ ਮਾਇਆ ਕੱਢੋ ਅਰੇ। ਤੇ ਫਿਰ ਜਿੰਨੀ ਵੀ ਦਵਾਈ ਵਰਤਾਈ ਜਾਂਦੀ, ਇੱਕ ਦੁੱਕੀ ਤੱਕ ਵੀ ਉਹਨਾਂ ਨੇ ਕਦੇ ਉਹਨਾਂ ਤੋਂ ਬਲਕਿ ਕੋਈ ਪੈਸਾ ਨਹੀਂ ਲਿਆ। ਭਾਈ ਸੁਰਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ। ਨਹੀਂ ਤਾਂ ਸਮਾਂ ਬੜਾ ਹੀ ਪਤਾ ਹੀ ਹੈ। ਇਹੋ ਜਿਹੇ ਮਹਾਂਪੁਰਖ ਹੁੰਦੇ ਨੇ ਤਿਆਗੀ ਵੈਰਾਗੀ, ਤੇ ਉਹਨਾਂ ਨੂੰ ਫਿਰ ਸੰਗਤ ਯਾਦ ਕਰਦੀ ਹੈ। ਤੇ ਬੇਨਤੀ ਕੀ ਕਰਨੀ ਹੈ ਆਪਾਂ ਨੇ, ਤੇ ਮਹਾਰਾਜ ਹੇ ਪਤਿਤ ਪਾਵਨ ਭਗਤ ਵਛਲ ਦੀਨਾ ਬੰਧੂ, ਹੇ ਪ੍ਰਭੂ ਕਰੋ ਕਿਰਪਾ, ਸਾਨੂੰ ਇਹੋ ਜਿਹੇ ਮਹਾਂਪੁਰਖਾਂ ਦੀ ਫੇਰ ਸੰਗਤ ਪ੍ਰਾਪਤ ਹੋਵੇ, ਜਿਸ ਦੇ ਨਾਲ ਜਿਨ੍ਹਾਂ ਦੀ ਸੰਗਤ ਕਰਦੇ। ਹੁਣ ਜਿੰਨੀ ਕੁ ਵੀ ਆਪਾਂ ਨੇ ਸਾਰਿਆਂ ਨੇ ਸੰਗਤ ਕੀਤੀ ਹੈ, ਸਭ ਨੂੰ ਪਤਾ ਹੀ ਹੈ ਕੁਝ ਨਾ ਕੁਝ ਆਪਾਂ ਨੂੰ ਮਿਲਿਆ ਹੀ ਆ ਮਹਾਂਪੁਰਖਾਂ ਨੂੰ। ਕੁਝ ਨਾ ਕੁਝ ਨਹੀਂ, ਬਹੁਤ ਕੁਝ ਮਿਲਿਆ। ਉਹਨਾਂ ਦੀ ਸੰਗਤ ਕਰਕੇ ਹੀ ਆ ਜੋ ਅੱਜ ਅਸੀਂ ਸੁੱਖ ਭੋਗ ਰਹੇ ਹਾਂ। ਜਿੱਧਰ ਮਰਜ਼ੀ ਚਲੇ ਆ,
ਮੈਂ ਰਾਤ ਹੀ ਆਇਆ ਮਸੀਤਾਂ ਵੱਲੋਂ, ਮਲੋਟ ਮਸੀਤਾਂ ਡੱਬ ਵਾਲੀ ਉਧਰ ਗਏ ਹੋਏ ਜੀ। ਸੰਗਤ ਅੱਜ ਵੀ ਮਹਾਂਪੁਰਖਾਂ ਨੂੰ ਬਹੁਤ, ਜਾਂ ਭਾਵੇਂ ਕਿ ਵੱਡੇ ਛੋਟੇ ਸੰਤ ਮਹਾਰਾਜ ਜੀ ਨੂੰ ਤਾਂ ਕਹਿਣਾ ਹੀ ਕੀ ਹੈ ਸਾਰੇ ਸੰਸਾਰ ਦੇ ਵਿੱਚ ਹੀ, ਪਰ ਜਿਹੜੀ ਸੰਗਤ ਬਾਬਾ ਜੀ ਦੇ ਕੋਲੇ ਆਉਂਦੀ ਉਹ ਵੀ ਆਖਦੇ ਨੇ ਕਿ ਵੀ ਉਹ ਜੋ ਨਾਮ ਬਾਬਾ ਜੀ ਜਪਦੇ ਸਨ, ਜੋ ਉਹਨਾਂ ਦੇ ਬਚਨਾਂ ਦੇ ਵਿੱਚ ਤਾਕਤ ਸੀ, ਉਹ ਕਹਿਣ ਸੁਣਨ ਤੋਂ ਪਰੇ ਸੀ। ਸੋ ਆਓ ਆਪਾਂ ਨੇ ਆਹ ਬੇਨਤੀ ਕਰਨੀ ਹੈ ਕਿ ਮਹਾਰਾਜ ਕਿਰਪਾ ਕਰੋ, ਰੱਬਾ ਫੇਰ ਵੀ ਕਰਾ ਦੇਵੀ ਮੇਲ ਜੀ, ਇਹੋ ਜਿਹੇ ਸਾਧੂਆਂ ਦੇ ਫੇਰ ਵੀ ਕਰਾ ਦੇਵੀ ਮੇਲ, ਇਹੋ ਜਿਹੇ ਸਾਧੂਆਂ ਦੇ। ਬੋਲੋ ਭਾਈ ਸਾਰੀਆਂ ਬੇਬੀਆਂ। ਪਿਆਰੇ ਜੀ ਇਹੋ ਜਿਹੇ ਸਾਧੂਆਂ ਦੇ, ਪਿਆਰੇ ਜੀ ਇਹੋ ਜਿਹੇ ਸਾਧੂਆਂ ਦੇ। ਰੱਬਾ ਫੇਰ ਵੀ ਕਰਾ ਦੇਵੀਂ ਮੇਲੇ, ਫੇਰ ਵੀ ਕਰਾ ਦੇਵੀਂ ਮੇਲੇ, ਫੇਰ ਵੀ ਕਰਾ ਦੇਵੀ ਮੇਲੇ, ਇਹੋ ਜਿਹੇ ਸਾਧੂਆਂ ਦੇ। ਰੱਬਾ ਫੇਰ ਵੀ ਕਰਾ ਦੇਵੀ ਮੇਲੇ, ਇਹੋ ਜਿਹੇ ਸਾਧੂਆਂ ਦੇ। ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਤੁਦੋਂ ਭੁਲੇ ਸੇ ਜਮ ਜਮ ਮਰਦੇ ਤੈਨੂੰ ਕਦੇ ਨਾ ਚੁੱਕਣ ਹਾਵੇ। ਕਿਉਂ ਮੰਗ ਕੀਤੀ ਆਓ ਸਮਾਪਤੀ ਕਰੀਏ, ਕਿਉਂਕਿ ਉਹਨਾਂ ਦੀ ਸੰਗਤ ਆਪਾਂ ਨੇ ਪ੍ਰਾਪਤ ਕੀਤੀ, ਸੰਗ ਹੋਇਆ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਗੁਰੂ ਘਰ ਦੇ ਵਿੱਚ ਰਹਿ ਕੇ ਕਿਵੇਂ ਜੀਵਨ ਜਿਉਣਾ, ਜਾਂ ਕਿਸੇ ਦੇ ਪਦਾਰਥਾਂ ਵੱਲ ਦੇਖ ਕੇ ਸੜਨਾ ਨਹੀਂ, ਜਲਣਾ ਨਹੀਂ ਕਿ ਮੇਰੇ ਕੋਲੇ ਕੁਝ ਨਹੀਂ, ਉਹ ਇੰਨਾ ਤਰੱਕੀ ਕਰ ਗਿਆ, ਕਿਸੇ ਦੀ ਮਾਇਆ ਵੱਲ ਦੇਖ ਉਹਨਾਂ ਦੀ ਸੰਗਤ ਪ੍ਰਾਪਤ ਹੋਈ। ਬਾਬਾ ਮਨਜੀਤ ਸਿੰਘ ਜੀ, ਬਾਬਾ ਅਮਰ ਸਿੰਘ ਜੀ ਸਾਹਮਣੇ ਹੀ ਨੇ। ਅੱਜ ਕਿੰਨੀਆਂ ਸੰਗਤਾਂ ਨੂੰ ਬਾਬਾ ਅਮਰ ਸਿੰਘ ਜੀ ਕਿਵੇਂ ਪਿਆਰ ਦੇ ਨਾਲ ਪ੍ਰੇਰ ਕੇ, ਕਿਵੇਂ ਮਿਠਾਸ ਦੇ ਨਾਲ ਜੋੜੀ ਫਿਰਦੇ ਨੇ। ਸੰਗਤ ਕੀਤੀ ਇਹਨਾਂ ਨੇ, ਬਾਬਾ ਅਮਰ ਸਿੰਘ ਜੀ ਨੇ, ਬਾਬਾ ਮਨਜੀਤ ਸਿੰਘ ਨੇ, ਵੱਡੇ ਬਾਬਾ ਜੀ। ਤੇ ਹੁਣ ਇਹ ਦੇਖੋ ਕਿਵੇਂ ਸਿੱਖੀ ਦਾ ਪ੍ਰਚਾਰ ਹੀ ਹੋ ਰਿਹਾ ਹੈ। ਕਹਿਣ ਨੂੰ ਭਾਵੇਂ ਕੋਈ ਮਰਜ਼ੀ ਕੁਝ ਕਹੀ ਜਾਵੇ, ਸਿੱਖੀ ਦਾ ਪ੍ਰਚਾਰ ਦੇ ਨਾਲੇ ਸੇਵਾ। ਆਓ ਜਿਹੜਾ ਕੋਈ ਸੇਵਾ ਸਿਮਰਨ ਕਰੇਗਾ ਉਹਦਾ ਫਿਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਸਭ ਦਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ